ਪਾਕਿਸਤਾਨ ਦੇ ਵਿੱਚ ਜਿਹੜਾ ਇਸ ਵੇਲੇ ਸਿਸਟਮ ਹੈ ਕੁਆਤਰ ਦੇ ਨਾਲ ਹਾਈਬ੍ਰਿਡ ਕਿਹਾ ਜਾ ਰਿਹਾ ਹੈ। ਸਭ ਤੋਂ ਪਹਿਲੇ ਹਾਈਬ੍ਰਿਡ ਜਿਹੜਾ ਹੈ ਉਹ ਬੀਜ ਆਇਆ, ਯਾਨੀ ਆਲਮੋਸਟ ਹਾਈਬ੍ਰਿਡ ਬੀਜ ਜਿਹੜਾ ਹੈ ਉਹਨੇ ਆ ਕੇ ਪੈਦਾਵਾਰ ਦੁੱਗਣੀ ਕਰਤੀ। ਜੋ ਵੀ ਨਵੀਂ ਗੱਡੀ ਆਉਂਦੀ ਹੈ ਉਹ ਜਾਪਾਨ ਅਮਰੀਕਾ ਦੇ ਵਿੱਚ ਉਹਨੂੰ ਲਾਂਚ ਕੀਤਾ ਜਾਂਦਾ ਹੈ। ਹਾਈਬ੍ਰਿਡ ਬੇਸਿਕਲੀ ਤਾਂ ਇੱਕ ਜੁਗਾੜ ਹੈਗਾ ਨਾ। ਹਾਈਬ੍ਰਿਡ ਜਿਹੜਾ ਗੋਸ਼ਤ ਹੈ, ਯਾਨੀ ਇੱਕ ਹੋਟਲ ਫੜਿਆ, ਉਹ ਕੰਪਲੇਂਟ ਹੈਗੀ ਸੀ ਗੋਸ਼ਤ ਜਿਹੜਾ ਹੈ ਨਾ ਉਹ ਮਿਕਸ ਕਰਕੇ ਖਵਾ ਰਹੇ ਨੇ, ਇੱਕ ਘੋੜਾ ਤੇ ਇੱਕ ਚਿਕਨ। ਇਹ ਅਸੀਂ ਰੇਸ਼ੋ ਰੱਖਦੇ ਆ ਤੇ ਅਸੀਂ ਸ਼ੋਅ ਇਹ ਕਰਨੇ ਆ 50-50 ਹੈਗਾ ਜਾਂ ਹਾਈਬ੍ਰਿਡ ਜਿਹੜਾ ਨਾ ਉਹ ਗੋਸ਼ਤ ਅਸੀਂ ਖਿਲਾ ਰਹੇ ਹਾਂ। ਪਾਕਿਸਤਾਨ 'ਚ ਮੈਂ ਆਇਆ ਦੇਖਿਆ ਟੋਇਟਾ ਪ੍ਰੀਅਸ ਜਿਹੜੀ ਹੈ ਉਹ ਇਸ ਐਡਵਰਟਾਈਜ਼ਮੈਂਟ ਦੇ ਨਾਲ ਵਿਕ ਰਹੀ ਸੀ 40 ਕਿਲੋਮੀਟਰ ਲੀਟਰ ਦੇ ਵਿੱਚ ਕਰਦੀ ਹੈ। ਬਿਸਮਿਲ੍ਲਾਹ ਰਹਿਮਾਨ ਰਹੀਮ। ਦੋਸਤੋ ਕੀ ਹਾਲ ਚਾਲ ਹੈ? ਠੀਕ ਹੋ? ਖੈਰੀਅਤ ਹੈ? ਸਭ ਵਾਸਤੇ ਬਹੁਤ ਸਾਰੀਆਂ ਦੁਆਵਾਂ। ਤੇ ਅੱਜ ਇੱਕ ਤੁਹਾਡੇ ਨਾਲ ਬੜੀ ਦੇਰ ਤੋਂ ਮੈਂ ਗੱਲ ਕਰਨਾ ਚਾਹ ਰਿਹਾ ਸੀ। ਜਿਹੜਾ ਹਾਈਬ੍ਰਿਡ ਲਫ਼ਜ਼ ਹੈ ਇਹਦੇ ਉੱਤੇ ਇੱਕ ਜਿਹੜਾ ਨਾ ਬਹੁਤ ਸਾਰੀ ਬਹਿਸ ਚੱਲ ਰਹੀ ਹੈ। ਖਾਸ ਤੌਰ 'ਤੇ ਜਿਹੜੀ ਬਹਿਸ ਹੈ ਉਹ ਤਾਂ ਪਾਕਿਸਤਾਨ ਦੇ ਵਿੱਚ ਜਿਹੜਾ ਇਸ ਵੇਲੇ ਸਿਸਟਮ ਹੈ ਉਹਨੂੰ ਜਿਵੇਂ ਤੁਆਤਰ ਦੇ ਨਾਲ ਹਾਈਬ੍ਰਿਡ ਕਿਹਾ ਜਾ ਰਿਹਾ ਹੈ ਉਹ ਇੱਕ ਆਪਣੀ ਜਗ੍ਹਾ, ਲੇਕਿਨ ਇਹ ਲਫ਼ਜ਼ ਜਿਹੜਾ ਹੈ ਪਹਿਲੇ ਸਾਨੂੰ ਦੇਖਣਾ ਪਏਗਾ ਕਿ ਇਹ ਕਿੱਥੋਂ ਆਇਆ ਹੈ। ਆਇਆ ਤਾਂ ਬਹੁਤ ਪਹਿਲੇ, ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਭੁੱਲ ਗਿਆ ਹੋਵੇ। ਸਭ ਤੋਂ ਪਹਿਲੇ ਹਾਈਬ੍ਰਿਡ ਜਿਹੜਾ ਹੈ ਉਹ ਬੀਜ ਆਇਆ ਸੀ, ਯਾਨੀ ਕਣਕ ਦੇ ਵਿੱਚ ਜਿਹੜਾ ਹੈ ਗੰਦਮ 'ਚ ਇੱਕ ਬੀਜ ਐਸਾ ਆਇਆ ਕਿ ਪਹਿਲੇ ਜਿਹੜਾ ਝਾੜ ਸੀ ਉਹ ਕਦੇ ਵੀ 10 ਮਣ 5 ਮਣ 15 ਮਣ, ਬੜਾ ਖੁਸ਼ ਹੋਣਾ ਲੋਕਾਂ ਨੇ। 20 ਮਣ ਵੀ ਨਹੀਂ ਸੀ ਇਸ ਤੇ ਕਿੱਲੇ ਦੇ ਵਿੱਚੋਂ। ਤੇ ਬਾਅਦ ਦੇ ਵਿੱਚ ਜਦੋਂ ਇਹਦੇ ਵਿੱਚ ਇੱਕ ਹਾਈਬ੍ਰਿਡ ਬੀਜ ਆਇਆ ਤੇ ਉਹ ਪਤਾ ਲੱਗਿਆ ਕਿ ਜਨਾਬ ਦੁੱਗਣੀ ਹੋ ਗਈ ਹੈ ਜੀ, 20 ਤੋਂ ਵੀ ਉੱਤੇ ਨਿਕਲ ਗਈ ਹੈ, ਯਾਨੀ 40-40 ਮਣ ਵੀ ਜਿਹੜਾ ਹੈ ਉਹ ਲੋਕਾਂ ਨੇ ਕਹਿਣਾ ਕਿ ਜੀ ਸਾਡੀ ਤਾਂ ਇਸ ਤਰ੍ਹਾਂ ਹੋ ਗਿਆ। ਯਾਨੀ ਆਲਮੋਸਟ ਹਾਈਬ੍ਰਿਡ ਬੀਜ ਜਿਹੜਾ ਹੈ ਉਹਨੇ ਆ ਕੇ ਪੈਦਾਵਾਰ ਦੁੱਗਣੀ ਕਰਤੀ। ਇਹ ਉਸ ਤੋਂ ਬਾਅਦ ਫਿਰ ਹਾਈਬ੍ਰਿਡ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ। ਤੇ ਲੇਕਿਨ ਜਦੋਂ ਮੈਂ ਇੱਥੇ ਕੈਨੇਡਾ 'ਚ ਦੇਖਿਆ ਹੈ ਕਿ 2005-6 ਦੇ ਵਿੱਚ ਤੇ ਇੱਥੇ ਹਾਈਬ੍ਰਿਡ ਕਾਰਾਂ ਆਈਆਂ ਸੀ ਜਿਹੜੀਆਂ ਪੈਟਰੋਲ ਤੇ ਬੈਟਰੀ ਤੇ ਸਨ। ਉਹਨਾਂ ਨੂੰ ਯਾਨੀ ਹੁਣ ਮੁਕੰਮਲ ਇਲੈਕਟ੍ਰਿਕ ਵਹੀਕਲ ਆ ਗਏ ਨੇ। ਪਹਿਲੇ ਹਾਈਬ੍ਰਿਡ ਜਿਹੜੀਆਂ ਸੀ ਉਹ ਚੱਲਣੀਆਂ, ਯਾਨੀ 2006 ਤਾਂ ਮੈਂ ਆਪ ਚਲਾਈ ਟੋਇਟਾ ਦੀ ਜਿਹੜੀ ਪ੍ਰੀਅਸ ਹਾਈਬ੍ਰਿਡ ਸੀ। ਪਹਿਲੇ ਅਮਰੀਕਾ ਚੱਲ ਰਹੀਆਂ ਸੀ ਤੇ ਕੈਨੇਡਾ ਹੀ ਜ਼ਰਾ ਬਾਅਦ 'ਚ ਆਈਆਂ ਨੇ, ਕਿਉਂਕਿ ਜੋ ਵੀ ਨਵੀਂ ਗੱਡੀ ਆਉਂਦੀ ਹੈ ਜਾਂ ਟੈਕਨੋਲੋਜੀ ਆਉਂਦੀ ਪਹਿਲੇ ਉਹ ਜਾਪਾਨ ਅਮਰੀਕਾ ਦੇ ਵਿੱਚ ਉਹਨੂੰ ਲਾਂਚ ਕੀਤਾ ਜਾਂਦਾ ਹੈ, ਕਿਉਂਕਿ ਉੱਥੇ ਖਰੀਦਦਾਰ, ਉੱਥੇ ਜਿਹੜੀ ਪਰਚੇਜ਼ਿੰਗ ਪਾਵਰ ਹੈ ਉਹ ਸਾਰਿਆਂ ਨਾਲੋਂ ਜ਼ਿਆਦਾ ਹੈ। ਤੇ ਹਾਈਬ੍ਰਿਡ ਗੱਡੀ ਜਿਹੜੀ ਹੈ ਵਹੀਕਲ ਉਹ ਆਏ, ਫਿਰ ਉਸ ਤੋਂ ਬਾਅਦ ਹਾਈਬ੍ਰਿਡ ਵਹੀਕਲ ਜਿਹੜੇ ਨੇ ਉਹ ਟਰੱਕ ਆ ਗਏ ਵੱਡੇ ਜਿਹੜੇ ਸਨ ਲੋਡਰ। ਉਹਦੇ ਵਿੱਚ ਵੀ ਉਹਨਾਂ ਨੂੰ ਕੋਈ 95 ਕਿਲੋਮੀਟਰ ਦੇ ਹਿਸਾਬ ਨਾਲ ਘੰਟੇ ਦੇ ਵਿੱਚ ਚਾਰਜ ਕਰਨ ਦੇ ਨਾਲ ਪੈਟਰੋਲ ਤੇ ਦੋਨੋਂ ਚੱਲਦੀਆਂ ਸੀ। ਤੇ ਹਾਈਬ੍ਰਿਡ 'ਚ ਚਾਰਜਿੰਗ ਦੀ ਲੋੜ ਨਹੀਂ ਸੀ, ਬੈਟਰੀ ਆਟੋਮੈਟਿਕ ਚਾਰਜ ਕਰਦੀ ਸੀ। ਤੇ ਉਸ ਤੋਂ ਬਾਅਦ ਫਿਰ ਜਦੋਂ ਹਾਈਬ੍ਰਿਡ ਬੇਸਿਕਲੀ ਤਾਂ ਇੱਕ ਜੁਗਾੜ ਹੈਗਾ ਨਾ। ਜੁਗਾੜ ਤੋਂ ਮਤਲਬ ਹੈ ਕਿ ਦੋ ਚੀਜ਼ਾਂ ਨੂੰ ਮਿਲਾ ਕੇ ਜਿਹੜਾ ਉਹ ਚਲਾਉਣਾ ਹੈ। ਤੇ ਹਾਈਬ੍ਰਿਡ ਦਾ ਅਸਲ ਮਕਸਦ ਹੈਗਾ ਕਿ ਪ੍ਰੋਡਕਸ਼ਨ ਜਿਹੜੀ ਹੈ ਉਹਨੂੰ ਜ਼ਿਆਦਾ ਕਰਨਾ ਤੇ ਆਸਾਨੀ ਪੈਦਾ ਕਰਨਾ। ਤੇ ਜੇ ਅਸੀਂ ਵੇਖੀਏ ਕਿ ਜਿਹੜਾ ਸਾਡਾ ਹਾਈਬ੍ਰਿਡ ਸਿਸਟਮ ਹੈ ਉਹਦੇ ਕੀ ਸਮਰਾਤ ਆਏ ਨੇ ਉਹ ਇੱਕ ਅਲੱਗ ਬਹਿਸ ਹੈ। ਲੇਕਿਨ ਐਂਡ 'ਚ ਮੈਂ ਤੁਹਾਨੂੰ ਇੱਕ ਹਾਈਬ੍ਰਿਡ ਜਿਹੜਾ ਗੋਸ਼ਤ ਹੈ, ਯਾਨੀ ਇੱਕ ਹੋਟਲ ਫੜਿਆ, ਹੋਟਲ 'ਤੇ ਛਾਪਾ ਮਾਰਿਆ ਤੇ ਪਤਾ ਚੱਲਿਆ ਉੱਥੇ ਕੰਪਲੇਂਟ ਇਹ ਹੈਗੀ ਸੀ ਕਿ ਜਨਾਬ ਇਹ ਗੋਸ਼ਤ ਜਿਹੜਾ ਹੈ ਨਾ ਉਹ ਮਿਕਸ ਕਰਕੇ ਖਵਾ ਰਹੇ ਨੇ। ਉਹ ਯਾਨੀ ਹਾਈਬ੍ਰਿਡ ਮੀਟ ਦੀ ਵੀ ਇੱਕ ਇਸਤਲਾਹ ਆਈ। ਤੇ ਉਹ ਅਗਰ ਅਸੀਂ ਆਪਣੇ ਨਿਜ਼ਾਮ ਨੂੰ ਦੇਖੀਏ ਤੇ ਇਸ ਹਾਈਬ੍ਰਿਡ ਨਿਜ਼ਾਮ ਨੇ ਸਾਨੂੰ ਬਜਾਏ ਚੀਜ਼ਾਂ ਵਧਾਉਣ ਦੇ ਜਿਹੜੀ ਉਹ ਯਾਨੀ ਉਹਦੀ ਪ੍ਰੋਡਕਸ਼ਨ ਜਾਂ ਉਹਦੇ ਸਮਰਾਤ ਵੱਧਦੇ, ਜਿਵੇਂ ਕਿ ਗੱਡੀ ਦੇ ਵਿੱਚ ਹਾਈਬ੍ਰਿਡ ਜਿਹੜੀ ਹੈ ਉਹਦੇ ਪੈਟਰੋਲ ਘੱਟ ਖਰਚ ਹੋਣ ਨਾਲ, ਬੈਟਰੀ ਇਸਤੇਮਾਲ ਹੋਣ ਦੇ ਨਾਲ ਉਹਦੀ ਮਾਈਲੇਜ ਵੱਧ ਗਈ ਔਰ 20 ਤੋਂ ਲੈ ਕੇ 40 ਕਿਲੋਮੀਟਰ ਤੱਕ ਦਾ ਵੀ ਲੋਕਾਂ ਨੇ ਕਲੇਮ ਕੀਤਾ। ਪਾਕਿਸਤਾਨ 'ਚ ਮੈਂ ਆਇਆ ਦੇਖਿਆ ਤੇ ਉਹ ਹੀ ਜਿਹੜੀ ਗੱਡੀ ਹੈ ਟੋਇਟਾ ਪ੍ਰੀਅਸ ਜਿਹੜੀ ਹੈ ਉਹ ਇਸ ਐਡਵਰਟਾਈਜ਼ਮੈਂਟ ਦੇ ਨਾਲ ਵਿਕ ਰਹੀ ਸੀ ਕਿ ਜਨਾਬ ਇਹ 40 ਕਿਲੋਮੀਟਰ ਲੀਟਰ ਦੇ ਵਿੱਚ ਕਰਦੀ ਹੈ। ਹਾਲਾਂਕਿ ਇਹ ਸਰਾਸਰ ਝੂਠ ਹੈਗਾ ਸੀ। ਕੈਨੇਡਾ ਦੇ ਵਿੱਚ ਅਸੀਂ ਐਕਸਪੈਰੀਮੈਂਟ ਕੀਤਾ
ਕਿ ਜਿਹੜੀ ਅੱਛੀ ਗੱਡੀ ਹੈ ਉਹ 20 ਤੋਂ 22 ਕਿਲੋਮੀਟਰ ਪਰ ਲੀਟਰ ਐਵਰੇਜ ਦਿੰਦੀ ਸੀ, ਜਿਹੜੀਆਂ ਕਿ ਨਾਰਮਲੀ ਨਹੀਂ ਹੁੰਦੀਆਂ। 1600 ਸੀਸੀ ਜਾਂ 1800 ਸੀਸੀ ਗੱਡੀ ਦੀ ਜਿਹੜੀ ਹੈ ਉਹ ਇੰਨੀ ਐਵਰੇਜ ਕਦੇ ਨਹੀਂ ਹੁੰਦੀ, ਲੇਕਿਨ ਇਹ ਕਿ ਹਾਈਬ੍ਰਿਡ ਹੋਣ ਦੀ ਵਜ੍ਹਾ ਤੋਂ ਉਹਨਾਂ ਦੀ ਐਵਰੇਜ ਅੱਛੀ ਹੋਈ ਸੀ। ਤੇ ਇਸ ਤਰ੍ਹਾਂ ਜਿਵੇਂ ਮੈਂ ਜ਼ਿਕਰ ਕੀਤਾ ਹੈ ਕਿ ਫਸਲਾਂ ਦੇ ਵੀ ਜਿਹੜੇ ਬੀਜ ਨੇ ਉਹਨਾਂ ਨੇ ਵੀ ਯਾਨੀ ਵਧਾਇਆ ਝਾੜ ਨੂੰ, ਤੇ ਫਿਰ ਇਸੇ ਨਿਜ਼ਾਮ ਨੂੰ ਵੀ ਬਹੁਤ ਸਾਰਾ ਝਾੜ ਦੇਣਾ ਚਾਹੀਦਾ ਸੀ, ਯਾਨੀ ਪ੍ਰੋਡਕਸ਼ਨ ਵਧਣੀ ਚਾਹੀਦੀ ਸੀ, ਇਕੋਨਮੀ ਅੱਗੇ ਜਾਂਦੀ, ਲੋਕਾਂ ਨੂੰ ਰੋਜ਼ਗਾਰ ਮਿਲਦਾ, ਮੁਲਕ ਤਰੱਕੀ ਕਰਦਾ। ਲੇਕਿਨ ਬਦਕਿਸਮਤੀ ਨਾਲ ਇਹ ਨਹੀਂ ਹੋਇਆ। ਇਹਦਾ ਮਤਲਬ ਇਹ ਕਿ ਇਹ ਕੁਝ ਹੋਰ ਹੀ ਸ਼ੈ ਹੈਗੀ ਹੈ। ਇਹਨੂੰ ਹਾਈਬ੍ਰਿਡ ਕਹਿਣਾ ਜਿਹੜਾ ਹੈ, ਸਾਡੇ ਜਿਹੜੇ ਸਾਫੀ ਯੂਟਿਊਬਰ ਦੀਗਰ ਤਜਜ਼ੀਆਕਾਰ ਜਿਹੜੇ ਨੇ, ਹਾਈਬ੍ਰਿਡ ਠੀਕ ਹੈ ਉਹ ਬਣਾ ਦਿੱਤਾ ਹੈ ਸਾਰਾ ਨਿਜ਼ਾਮ ਜਿਹੜਾ ਹੈ ਉਹ ਜਿਹੜੀਆਂ ਵੀ ਪਾਰਟੀਆਂ ਨੂੰ ਇਕੱਠਾ ਕਰਕੇ ਜਿਵੇਂ ਵੀ। ਲੇਕਿਨ ਜਿਹੜੀ ਮੈਂ ਤੁਹਾਨੂੰ ਅੱਗੇ ਕਿਹਾ ਹੈ ਕਿ ਗੋਸ਼ਤ ਦੇ ਵਿੱਚ ਹਾਈਬ੍ਰਿਡ ਆਇਆ ਸੀ, ਉਹਦਾ ਇੱਕ ਨਿਜ਼ਾਮ ਦੇ ਨਾਲ ਵੀ ਤਲਕ ਹੈ। ਉੱਥੇ ਪਤਾ ਚੱਲਿਆ ਹੋਟਲ 'ਤੇ ਕਿ ਜਨਾਬ ਇੱਥੇ ਮਿਕਸ ਗੋਸ਼ਤ ਖਵਾਇਆ ਜਾਂਦਾ ਹੈ, ਅਤੇ ਉਹ ਮਿਕਸ ਗੋਸ਼ਤ ਕੀ ਹੈ ਕਿ ਮੁਰਗੇ ਦੇ ਵਿੱਚ ਜਿਹੜਾ ਹੈ ਉਹ ਵੱਡਾ ਗੋਸ਼ਤ ਪਾਇਆ ਜਾਂਦਾ, ਯਾਨੀ ਕਹਿੰਦੇ ਨੇ ਕਿ ਅਸੀਂ ਚਿਕਨ ਖਵਾਉਂਦੇ ਹਾਂ। ਲੇਕਿਨ ਉਹ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਚਿਕਨ ਕੈਸਾ ਹੈਗਾ ਕਿ ਜਿਹੜਾ ਜਨਾਬ ਇਹਦਾ ਟੇਸਟ ਹੀ ਹੋ ਰਿਹਾ ਅਤੇ ਨਾਲੇ ਲੱਗਦਾ ਨਹੀਂ। ਜਿਹੜੇ ਖਾਣ ਵਾਲੇ ਸਨ ਉਹ ਬਾਅਦ ਦੇ ਵਿੱਚ ਉਹਨਾਂ ਨੂੰ ਫੜ ਕੇ ਉਹਨਾਂ ਨੇ ਲੈਬ ਚੈੱਕ ਕੀਤਾ, ਪਤਾ ਚੱਲਿਆ ਕਿ ਇਹਦੇ 'ਚ ਘੋੜੇ ਦਾ ਗੋਸ਼ਤ ਜਿਹੜਾ ਨਾ ਉਹ ਮਿਲਾਇਆ ਜਾ ਰਿਹਾ। ਉਹ ਪੁੱਛਿਆ ਉਹਨਾਂ ਨੂੰ ਕਿ ਇਹ ਤੁਸੀਂ ਕੀ ਹਰਕਤ ਕਰਦੇ ਹੋ ਅਤੇ ਕੀ ਤੁਹਾਡਾ ਤਰੀਕਾਕਾਰ ਕੀ ਹੈ। ਉਹਨਾਂ ਨੇ ਕਿਹਾ ਜੀ ਕਿ ਸਾਡਾ ਇਹ 50-50 ਹੈ ਜੀ। ਮੈਂ ਕੀ ਮਤਲਬ 50-50? ਉਹਨੇ ਕਿਹਾ ਜੀ 50-50 ਇੰਝ ਹੈ ਕਿ ਇੱਕ ਘੋੜਾ ਅਤੇ ਇੱਕ ਚਿਕਨ, ਇੱਕ ਮੁਰਗਾ, ਇਹ ਅਸੀਂ ਰੇਸ਼ੋ ਰੱਖਦੇ ਹਾਂ ਅਤੇ ਅਸੀਂ ਸ਼ੋਅ ਇਹ ਕਰਨੇ ਹਾਂ ਕਿ ਇਹ ਜਨਾਬ 50-50 ਹੈਗਾ ਹੈ, ਜਾਂ ਹਾਈਬ੍ਰਿਡ ਜਿਹੜਾ ਨਾ ਉਹ ਗੋਸ਼ਤ ਅਸੀਂ ਖਿਲਾ ਰਹੇ ਹਾਂ। ਅਤੇ ਉਹੋ ਹੀ ਰੇਸ਼ੋ ਹੈਗੀ ਹੈ ਸਾਡੀ ਕਿ ਜੀ ਉਹ ਸੇਮ ਪੇਜ ਜਿਹੜਾ ਹੈ ਸਾਡਾ ਗੌਰਮੈਂਟ ਦਾ ਅਤੇ ਅਦਾਰਿਆਂ ਦਾ, ਅਤੇ ਉਹ ਇੱਕ ਦੂਜੇ ਦੇ ਇਖਤਿਆਰਾਤ ਦਾ, ਉਹ ਵੀ ਇੱਕ ਘੋੜੇ ਵਾਲਾ ਅਤੇ ਇੱਕ ਮੁਰਗੇ ਵਾਲਾ ਹੀ ਹੈ। ਅਤੇ ਬਸ ਜੋ ਉਹਦੇ ਤੋਂ ਅੱਗੇ ਜੋ ਕੁਛ ਲੱਭ ਰਿਹਾ ਹੈ, ਜੋ ਸਵਾਦ ਆ ਰਿਹਾ ਹੈ, ਜਾਂ ਜੋ ਖਾਧਾ ਪੀਤਾ ਜਾ ਰਿਹਾ ਹੈ, ਜੋ ਮਾਮਲਾਤ ਹੋ ਰਹੇ ਨੇ, ਇਹਦੇ ਬਾਰੇ ਕਹਿਣ ਦੀ ਲੋੜ ਨਹੀਂ। ਅਤੇ ਮਿਲਦੇ ਹਾਂ ਇੱਕ ਨਵੇਂ ਮੌਜੂ ਦੇ ਨਾਲ। ਤੁਸੀਂ ਆਪਣਾ ਖਿਆਲ ਰੱਖਣਾ ਅਤੇ ਸਾਨੂੰ ਜਿਹੜਾ ਹੈ ਉਹ ਤੁਸੀਂ ਕਮੈਂਟਸ ਦੇ ਵਿੱਚ ਦੱਸਣਾ ਕਿ ਤੁਹਾਡੇ ਕੋਲੇ ਵੀ ਕੋਈ ਹਾਈਬ੍ਰਿਡ ਦਾ ਕੋਈ ਨया ਆਈਡੀਆ ਹੈਗਾ। ਰੱਬ ਰੱਖਾ।